करता पुरख निर्भव निर्वैर अकाल मूरत अजूनी सैभं गुर प्रसाद। वाह गुरु वाह गुरु वाह गुरु वाह गुरु वाह गुरु वाह गुरु जी का खालसा वाहिगुरु जी की फतेह। आज ਜਿਹੜੇ ਸ਼ਬਦ ਦੀ ਅਸੀਂ ਵਿਚਾਰ ਕਰਨੀ ਹੈ ਉਹ ਭਗਤ ਕਬੀਰ ਜੀ ਦਾ ਸ਼ਬਦ ਹੈ। ਤੇ ਸ਼ਬਦ ਹੈ ਅੰਤਰ ਮੈਲ ਜੇ ਤੀਰਥ ਨਾਵੇ ਤਿਸ ਬੈकुंठ न जाना लोकपति ने कछु न होवे नाही राम आना। पूजो राम एक ही देवा साचा नावन गुर की सेवा रहो। जल कै मज्जन जे गत होवे नित नित मेंढुक नावे जैसे मेंढुक तैसे ओय नर फिर जोनी आवे। मनो कठोर मरै बानारस नरक न बाँचया जाई। हर का संत मरै हाडंबे ता सगली सैन तराई। दिनस नरैन वेद नहीं शास्त्र तहाँ बसै निरंकारा। कहो कबीर नर तिसै त्यावो बावरिया संसारा। ਸੋ ਇਹ ਸ਼ਬਦ ਕਬੀਰ ਸਾਹਿਬ ਜੀ ਦਾ ਆਸਾ ਰਾਗ ਵਿੱਚ ਉਚਾਰਨ ਕੀਤਾ ਸ਼ਬਦ ਹੈ, ਜਿਸ ਦਾ ਸਿਰਲੇਖ ਸਿਰਫ ਆਸਾ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 484 ਅੰਕ ਤੇ ਸੁਸ਼ੋਭਿਤ ਹੈ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹੀ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਪਹਿਲਾਂ ਦਾ ਸਮਾਂ ਕਬੀਰ ਸਾਹਿਬ ਜੀ ਦਾ ਹੈ। ਉਸ ਵਕਤ ਹਿੰਦੁਸਤਾਨ ਦੀ ਧਰਤੀ ਤੇ ਬੜੇ ਤਰ੍ਹਾਂ ਦੀ ਪੂਜਾ ਹੋ ਰਹੀ ਸੀ। ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਨੂੰ ਲੈ ਕੇ ਪੂਜਾ ਦੇ ਵਿਧਾਨ ਬਣਾਏ ਹੋਏ ਸਨ। ਤੀਰਥਾਂ ਤੇ ਜਾਣਾ, ਜਪ ਤਪ, ਕਿਤੇ ਹੋਰ ਬੜੇ ਤਰੀਕਿਆਂ ਦੀ ਪੂਜਾ ਬਣਾਈ ਹੋਈ ਸੀ। ਤਿਲਕ ਲਗਾਣਾ, ਜਨੇਊ ਪਾਉਣਾ, ਤੀਰਥ ਇਸ਼ਨਾਨ ਆਦਿ। ਬਹੁਤਾਤ ਵਿੱਚ ਪੂਜਾ ਦਾ ਬੇਸ ਲਾਲਚ ਜਾਂ ਡਰ ਦੇ ਅਧੀਨ ਸੀ। ਤਰ੍ਹਾਂ ਤਰ੍ਹਾਂ ਦੀ ਪੂਜਾ ਹੋ ਰਹੀ ਸੀ, ਪਰ ਲਾਲਚ ਅਤੇ ਡਰ ਦੇ ਅਧੀਨ ਪੂਜਾ ਹੋ ਰਹੀ ਸੀ। ਗੁਰੂ ਸਾਹਿਬ ਨੇ ਦੁਨੀਆ ਨੂੰ ਇਸ ਸਾਰੇ ਤੋਂ ਬਾਹਰ ਕੱਢਿਆ। ਉਹਨਾਂ ਕਿਹਾ ਤੀਰਥਾਂ ਤੇ ਜਾ ਕੇ ਜਾਂ ਹੋਰ ਤਰ੍ਹਾਂ ਦੀਆਂ ਵਿਧੀਆਂ ਨੂੰ ਅਪਣਾ ਕੇ ਪੂਜਾ ਕਿਸ ਤਰ੍ਹਾਂ ਹੋ ਸਕਦੀ ਹੈ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਈ ਰਹਾਓ। ਇਸ ਪੂਰੇ ਸ਼ਬਦ ਵਿੱਚ ਗੁਰੂ ਸਾਹਿਬ ਜੀ, ਕਬੀਰ ਸਾਹਿਬ ਜੀ ਵੀ ਇਹੀ ਸਮਝਾ ਰਹੇ ਹਨ ਕਿ ਸਹੀ ਪੂਜਾ ਕੀ ਹੈ। ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ ਪ੍ਰਵਾਨ ਨਹੀਂ ਹੈ। ਤੇਰਾ ਨਾਮ ਕਰੀ ਚੰਨਾਠਿਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ ਕਟ ਅੰਤਰ ਪੂਜਾ ਹੋਏ। ਚੰਨਾਠੀਆਂ ਤੋਂ ਭਾਵ ਹੈ ਚੰਦਨ ਦੀ ਲੱਕੜ ਤੇ ਉਰਸਾ ਉਹ ਪੱਥਰ ਜਿਸ ਤੇ ਚੰਦਨ ਘਿਸਿਆ ਜਾਂਦਾ ਹੈ। ਇਹ ਸ਼ਬਦ ਗੁਰੂ ਸਾਹਿਬ ਨੇ ਸਹੀ ਦਿਸ਼ਾ ਸਮਝਾਉਣ ਲਈ ਦਿੱਤਾ ਹੈ ਕਿ ਅਸਲ ਵਿੱਚ ਪੂਜਾ ਕੀ ਹੈ। ਚੰਦਨ ਆਦਿ ਲਗਾਉਣ ਨਾਲ ਜਾਂ ਕੇਸਰ ਦਾ ਤਿਲਕ ਲਗਾਉਣ ਨਾਲ ਪ੍ਰਾਪਤੀ ਨਹੀਂ ਹੋਣੀ। ਨਾਮ ਦੁਆਰਾ ਉੱਚਾ ਆਚਰਣ ਬਣਾਉਣ ਨਾਲ, ਸਦਾ ਚੇਤੇ ਵਿੱਚ ਰੱਖਣ ਨਾਲ ਪ੍ਰਾਪਤੀ ਹੋਏਗੀ। ਬਾਹਰ ਦੇ ਪਖਾਲੀਏ ਜੇ ਮਨ ਧੋਵੈ ਕੋਏ ਝੂਠ ਲਹਿ ਜਿਉ ਮਾਂਜੀਏ ਮੋਹ ਪਿਆ ਨਾ ਹੋਏ। ਜਿਵੇਂ ਬਾਹਰੋਂ ਮੂਰਤੀਆਂ ਧੋ ਕੇ ਸਾਫ਼ ਕਰਦੇ ਹਾਂ, ਉਸੇ ਤਰ੍ਹਾਂ ਅੰਦਰ ਨੂੰ ਨਾਮ ਦੁਆਰਾ ਸਾਫ਼ ਕਰਨ ਦੀ ਲੋੜ ਹੈ, ਜਿਸ ਨਾਲ ਜੀਵਨ ਦਾ ਸਫ਼ਰ ਸੁਖਾਲਾ ਹੋਣਾ ਹੈ। ਭਾਵ ਵਿਕਾਰਾਂ ਤੋਂ ਰਹਿਤ ਹੋਏਗਾ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਹੂਨੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਇਸ ਧਰਤੀ ਤੇ ਮਨੁੱਖ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ, ਪਰ ਪਸ਼ੂ ਘਾਹ ਖਾ ਕੇ ਵੀ ਦੁੱਧ ਵਰਗਾ ਉੱਤਮ ਪਦਾਰਥ ਦਿੰਦੇ ਹਨ। ਪਰ ਸ੍ਰੇਸ਼ਟ ਕਿਹਾ ਜਾਣੇ ਵਾਲਾ ਮਨੁੱਖ ਨਾਮ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਪਿਆ ਹੋਇਆ ਹੈ।
नेड़ा है दूर न जान्यो, नित सारे संभाले। जो ਦੇਵੈ ਸੋ ਖਾਵਨਾ, ਕਹੋ ਨਾਨਕ ਸਾਚਾ ਹੈ। ਉਹ ਪਰਮਾਤਮਾ ਤਾਂ ਸਾਡੇ ਬਹੁਤ ਨੇੜੇ ਹੈ, ਸਾਡੀ ਸਾਰ ਸੰਭਾਲ ਕਰ ਰਿਹਾ ਹੈ। ਜਦ ਸਭ ਕੁਝ ਉਸਦਾ ਹੀ ਦਿੱਤਾ ਹੋਇਆ ਹੈ, ਫਿਰ ਉਸ ਨੂੰ ਛੱਡ ਕੇ ਹੋਰ ਪਾਸੇ ਕਿਉਂ ਭਟਕਦੇ ਹਾਂ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ ਰਹਾਓ। ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ ਪ੍ਰਵਾਨ ਨਹੀਂ ਹੈ। ਮਤਲਬ ਪ੍ਰਸਤ ਧਾਰਮਿਕ ਆਗੂਆਂ ਨੇ ਲੋਕਾਈ ਨੂੰ ਕੁਝ ਦੇਵੀ ਦੇਵਤਾ ਦੀਆਂ ਮੂਰਤੀਆਂ ਅਤੇ ਜੜ ਪਦਾਰਥਾਂ ਦੇ ਲੜ ਲਗਾ ਦਿੱਤਾ। ਜਾਂ ਜੋ ਕੁਝ ਕਿਸੇ ਨੂੰ ਚੰਗਾ ਲੱਗਿਆ, ਲੋਕਾਈ ਨੇ ਉਸ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ। ਅੱਗ, ਪਾਣੀ, ਹਵਾ, ਸੂਰਜ, ਪਿੱਪਲ ਆਦਿ। ਫਿਰ ਪੰਡਤਾਂ ਨੇ ਆ ਕੇ 33 ਕਰੋੜ ਦੇਵੀ ਦੇਵਤੇ ਕਰ ਦਿੱਤੇ, ਨਾਲ ਕਈ ਤਰ੍ਹਾਂ ਦੀਆਂ ਪੂਜਾ ਵਿਧੀਆਂ ਵੀ ਦੱਸ ਦਿੱਤੀਆਂ। ਭਗਤ ਨਾਮਦੇਵ ਜੀ ਵੀ ਫਰਮਾਉਂਦੇ ਹਨ ਕਿ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਨੂੰ ਨਹੀਂ ਪੂਜਣਾ ਚਾਹੀਦਾ। ਸਤਿਗੁਰ ਮਿਲੇ ਤਾਂ ਸਹਿਸਾ ਜਾਈ, ਕਿਸ ਹੋਂ ਪੂਜੋ ਦੂਜਾ ਨਦਰ ਨਾ ਆਈ। ਕਬੀਰ ਸਾਹਿਬ ਜੀ ਵੀ ਇਸ ਸ਼ਬਦ ਰਾਹੀਂ ਇਹੀ ਸਮਝਾ ਰਹੇ ਹਨ। ਇਸ ਸ਼ਬਦ ਦਾ ਰਾਹੋਬੰਦ ਹੈ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਨ ਗੁਰ ਕੀ ਸੇਵਾ। ਰਾਹੋਬੰਦ ਨੂੰ ਸਭ ਤੋਂ ਪਹਿਲਾਂ ਵਿਚਾਰਦੇ ਹਾਂ, ਕਿਉਂਕਿ ਰਾਹੋਬੰਦ ਵੀ ਸ਼ਬਦ ਦਾ ਅੰਤਰੀ ਭਾਵ ਹੁੰਦਾ ਹੈ। ਕਬੀਰ ਸਾਹਿਬ ਜੀ ਰਾਹੋਬੰਦ ਵਿੱਚ ਸਮਝਾ ਰਹੇ ਹਨ, ਵੱਖ-ਵੱਖ ਰੂਪਾਂ ਵਿੱਚ ਬਣੇ ਰੰਗ ਬਿਰੰਗੇ ਰੱਬ ਨੂੰ ਪੂਜਣ ਦੀ ਬਜਾਏ ਇੱਕੋ ਨਾਲ ਜੁੜ, ਇੱਕ ਰੱਬ ਨਾਲ ਜੁੜ, ਨਾ ਕਿ ਜਿਸ ਲੋੜ ਦੀ ਪੂਰਤੀ ਕਰਨੀ ਹੈ ਉਸ ਤਰ੍ਹਾਂ ਦਾ ਰੱਬ ਬਣਾ ਕੇ ਬਹਿ ਜਾਏ। ਸਾਚਾ ਨਾਵਨ, ਸੱਚਾ ਨਾਵਨ ਤਾਂ ਗੁਰੂ ਦੀ ਸੇਵਾ ਹੈ। ਹੁਣ ਗੁਰ ਕੀ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਗੁਰੂ ਦੇ ਉਪਦੇਸ਼ ਨੂੰ ਵਿਚਾਰਨਾ ਅਤੇ ਆਪਣੇ ਜੀਵਨ ਵਿੱਚ ਢਾਲਣਾ, ਇਹ ਅਸਲੀ ਤੀਰਥ ਸੀ। ਇਸ ਨੂੰ ਸਤਿਗੁਰ ਪਾਤਸ਼ਾਹ ਨੇ ਦੂਜੇ ਸ਼ਬਦਾਂ ਵਿੱਚ ਕਿਹਾ, ਤੀਰਥ ਨਾਵਨ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਖ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸਚ ਬਿਨਾ। ਗੁਰੂ ਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਇਸ ਵਿੱਚ ਦੱਸਿਆ ਹੈ ਤੀਰਥ ਕੀ ਹੈ। ਤੇ ਤੀਰਥ ਤੇ ਇਸ਼ਨਾਨ ਕਰਨ ਜਾਂਦਾ ਹਾਂ, ਪਰ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਅੰਦਰ ਵਸਾਨਾ ਹੀ ਤੀਰਥ ਹੈ, ਜਿਸ ਨਾਲ ਮੇਰੀ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਨਾਮ ਤੋਂ ਬਿਨਾ ਮਨ ਨੂੰ ਵਿਕਾਰਾਂ ਦੀ ਮੈਲ ਲੱਗ ਜਾਂਦੀ ਹੈ। ਮੇਰੇ ਲਈ ਨਾਮ ਹੀ ਤੀਰਥ ਇਸ਼ਨਾਨ ਹੈ, ਜਿਸ ਨਾਲ ਮਨ ਦੇ ਅੰਦਰ ਦੀ ਮੈਲ ਲੈਂਦੀ ਹੈ। ਤੀਰਥ ਪੂਰਾ ਸਤਿਗੁਰੂ, ਜੋ ਅਨਦਿਨ ਹਰ ਨਾਮ ਤੇ ਆਏ। ਮੈਨੂੰ ਤੇ ਅੱਜ ਤੱਕ ਤੀਰਥ ਹੀ ਸਮਝ ਨਹੀਂ ਆਇਆ। ਮੈਂ ਤੇ ਪਾਣੀ ਦੇ ਸੋਰਸ ਨੂੰ ਹੀ ਤੀਰਥ ਮੰਨ ਕੇ ਬਹਿ ਗਿਆ ਹਾਂ। ਇੱਥੇ ਨਾ ਆਵਾਂ ਤਾਂ ਮੇਰੇ ਸਾਰੇ ਪੁਰਾਣੇ ਕਰਮਾਂ ਦੀ ਮੈਲ ਉਤਰ ਜਾਏਗੀ। ਇੱਕ ਹੋਰ ਸ਼ਬਦ ਜਿਸ ਵਿੱਚ ਇਸ ਨੂੰ ਹੋਰ ਖੋਲਿਆ ਜਾ ਸਕਦਾ ਹੈ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਰੈ ਸਭ ਉਤਰੇ। ਬਹੁਰ ਕਮਾਵੇ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾਲੰਕ। ਪਹਿਲਾਂ ਤਾਂ ਆਪਣੇ ਅੰਦਰ ਦੀਆਂ ਮਾੜੀਆਂ ਵਾਸ਼ਨਾਵਾਂ ਕਰਕੇ ਮਾੜੇ ਕਰਮ ਕਰਦਾ ਪਿਆ ਹੈ, ਫਿਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਸਮਝਦਾ ਹੈ ਮੈਲ ਉਤਰ ਗਈ, ਫਿਰ ਚੌੜਾ ਹੋ ਕੇ ਦੁਬਾਰਾ ਉਹੀ ਕਰਮ ਕਮਾਨ ਤੁਰ ਪੈਂਦਾ ਹੈ। ਜੀਵਨ ਇਸ ਤਰ੍ਹਾਂ ਨਹੀਂ ਸਫਲ ਹੋ ਸਕਦਾ। ਇਹ ਤਾਂ ਇੱਕ ਵਾਰ ਲੱਥੀ ਨਾਤਿਆਂ ਵਾਲੀ ਬਿਰਤੀ ਹੋ ਗਈ। ਕਬੀਰ ਸਾਹਿਬ ਪਹਿਲੇ ਬੰਦ ਵਿੱਚ ਹੀ ਫਰਮਾਉਂਦੇ ਹਨ, ਅੰਤਰ ਮੈਲ ਜੇ ਤੀਰਥ ਨਾਵੈ,
तिस बैकुंठ ना जाना। लोकपति ने कछु न होवे, ना ही राम आना। ਅੰਤਰ ਤੋਂ ਭਾਵ ਹੈ ਮਨ ਵਿੱਚ ਮੈਲ, ਵਿਕਾਰਾਂ ਦੀ ਮੈਲ। ਪਤੀਨੇ ਤੋਂ ਭਾਵ ਹੈ ਪਤੀਜਨ ਨਾਲ ਜਾਂ ਲੋਕਾਂ ਦੇ ਜਾਣਨ ਦੇ ਨਾਲ। ਜੇ ਮਨ ਵਿੱਚ ਵਿਕਾਰਾਂ ਦੀ ਮੈਲ ਹੈ, ਪਾਓ ਮਨ ਵਿਕਾਰਾਂ ਨਾਲ ਭਰਿਆ ਪਿਆ ਹੈ ਅਤੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਹੈ, ਤਾਂ ਸੋਚੇ ਕਿ ਇਸ ਨਾਲ ਸਵਰਗ ਦੀ ਪ੍ਰਾਪਤੀ ਹੋ ਜਾਏਗੀ। ਇਹ ਤੇ ਨਹੀਂ ਹੋ ਸਕਦਾ। ਲੋਕਾਂ ਨੂੰ ਖੁਸ਼ ਕਰਨ ਨਾਲ ਕੋਈ ਲਾਭ ਨਹੀਂ ਹੋਣਾ। ਚਾਹੇ ਉਹ ਤੀਰਥਾਂ ਤੇ ਜਾਣ ਦੀ ਗੱਲ ਸੀ, ਚਾਹੇ ਪੂਜਾ ਦੀ ਭਾਵਨਾ ਪਿੱਛੇ ਕੰਮ ਕਰ ਰਹੀ ਸੀ। ਇਹ ਕਰਨ ਨਾਲ ਇਹ ਪ੍ਰਾਪਤੀ ਹੋਏਗੀ, ਇਹ ਕਰਨ ਨਾਲ ਇਹ ਪ੍ਰਾਪਤੀ ਹੋਏਗੀ ਜੋ ਸਵਰਗਾਂ ਦੇ ਲਾਲਚ ਦਿੱਤੇ। ਸਵਰਗ ਕਿਸ ਤਰ੍ਹਾਂ ਦੇ ਬਣਾਏ, ਜਿੱਥੇ ਸਾਰੇ ਉਹ ਕੰਮ ਹੋ ਰਹੇ ਹਨ ਜੋ ਅੱਜ ਦੀ ਪ੍ਰੈਜ਼ੈਂਟ ਲਾਈਫ ਵਿੱਚ ਕਰਨੇ ਗਲਤ ਹਨ। ਸ਼ਰਾਬ ਪੀਣੀ ਗਲਤ ਹੈ, ਵੈਸ਼ਵਾ ਦਾ ਭੋਗ ਕਰਨਾ ਗਲਤ ਹੈ, ਪਰ ਉੱਥੇ ਕੀ ਚੱਲ ਰਿਹਾ ਹੈ? ਉੱਥੇ ਸ਼ਰਾਬ ਦੀਆਂ ਨਦੀਆਂ ਹਨ, ਮदिरा ਰੂਪ ਵਿੱਚ। ਅਪਸਰਾਵਾਂ ਤੁਹਾਡੀ ਸੇਵਾ ਵਿੱਚ ਹਨ। ਇਹ ਪ੍ਰਲੋਭਨ ਦਿੱਤਾ। ਜਿਹੜਾ ਕੰਮ ਪ੍ਰੈਜ਼ੈਂਟ ਲਾਈਫ ਵਿੱਚ ਮਾੜਾ ਹੈ, ਉਹ ਉੱਥੇ ਮਿਲ ਰਿਹਾ ਹੈ, ਫਿਰ ਉਹ ਸਵਰਗ ਕਿਸ ਤਰ੍ਹਾਂ ਦਾ ਹੋਇਆ? ਉਹ ਤਾਂ ਅੰਦਰ ਛੁਪੀ ਗਲਤ ਭਾਵਨਾ ਨੂੰ ਸਿਰਫ ਹਵਾ ਦਿੱਤੀ ਜਾ ਰਹੀ ਹੈ, ਪੂਜਾ ਦਾ ਵਿਧਾਨ ਨਹੀਂ ਹੈ। ਜਾਂ ਆਮ ਬੰਦਾ ਹੈ, ਉਸਨੂੰ ਸਵਰਗ ਦਾ ਲਾਲਚ ਮੰਨ ਲਓ ਨਾ ਹੋਵੇ, ਪਰ ਆਪਣੀਆਂ ਕੁਝ ਲੋੜਾਂ, ਦੁਨਿਆਵੀ ਕੋਈ ਲੋੜ ਹੈ, ਉਸ ਦੀ ਪੂਰਤੀ ਲਈ ਇਸ ਤਰ੍ਹਾਂ ਦੀ ਪੂਜਾ ਕਰ ਲਵੇ ਕਿ ਪ੍ਰਾਪਤੀ ਹੋ ਜਾਏਗੀ। ਇਹ ਲਾਲਚ ਦਿੱਤੇ ਜਾ ਰਹੇ ਹਨ। ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਜੇ ਅੰਦਰ ਮੈਲ ਹੈ ਤਾਂ ਤੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਕੀ ਪੂਜਾ ਕਰਦਾ ਪਿਆ ਹੈ? ਅੰਦਰ ਦੀ ਮੈਲ ਤੀਰਥਾਂ ਤੇ ਇਸ਼ਨਾਨ ਕਰਕੇ, ਪੂਜਾ ਕਰਕੇ ਨਹੀਂ ਉਤਰਨੀ ਹੈ। ਜਬ ਬਾਣੀ ਵਿੱਚ ਇਹ ਗੱਲ ਗੁਰੂ ਸਾਹਿਬ ਨੇ ਸਮਝਾਈ ਹੈ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਨਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਜੇ ਸਰੀਰ ਮੈਲਾ ਹੈ, ਜੇ ਸਰੀਰ ਮੈਲਾ ਹੋ ਜਾਏ ਤਾਂ ਪਾਣੀ ਅਤੇ ਸਾਬਣ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਜਾਂ ਫਿਰ ਕਪੜਾ ਮੈਲਾ ਹੋ ਜਾਏ, ਗੰਦਗੀ ਨਾਲ ਲਿਬੜ ਵੀ ਜਾਏ ਤਾਂ ਵੀ ਸਾਬਣ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਪਰ ਜੇ ਬੁੱਧੀ ਮਲੀਨ ਹੋ ਜਾਏ, ਸਾਡੇ ਵਿਚਾਰਾਂ ਵਿੱਚ ਮਲੀਨਤਾ ਆ ਜਾਵੇ, ਤਾਂ ਉਸਨੂੰ ਕਿਵੇਂ ਸਾਫ਼ ਕਰ ਸਕਦੇ ਹਾਂ? ਉਸ ਲਈ ਤਾਂ ਅਕਾਲ ਪੁਰਖ ਦੇ ਨਾਮ ਦਾ ਹੀ ਸਹਾਰਾ ਹੈ, ਕਿਉਂਕਿ ਜਿਹੋ ਜਿਹੇ ਕਰਮ ਕਰਦੇ ਹਾਂ, ਉਹ ਜਿਹੇ ਸੰਸਕਾਰ ਬਣਦੇ ਹਨ, ਅਤੇ ਉਹਨਾਂ ਅਧੀਨ ਹੀ ਕਰਮ ਕਰਦੇ ਹਾਂ। ਉਹਨਾਂ ਕੀਤੇ ਹੋਏ ਕਰਮਾਂ ਨੇ ਹੀ ਨਾਲ ਨਿਭਣਾ ਹੈ ਜਾਂ ਨਾਲ ਜਾਣਾ ਹੈ। ਜੇ ਬਾਣੀ ਵਿੱਚੋਂ ਹੋਰ ਸਮਝਣਾ ਹੋਵੇ ਤਾਂ ਕਬੀਰ ਸਾਹਿਬ ਜੀ ਦੇ ਹੀ ਉਚਾਰਨ ਕੀਤੇ ਸ਼ਬਦ ਰਾਹੀਂ ਸਮਝਿਆ ਜਾ ਸਕਦਾ ਹੈ, ਜਿਸ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਲੋਕੀ 68 ਤੀਰਥ ਨਾਈ, ਕੌਰਾਪਨ ਤਉ ਨਾ ਜਾਈ। ਕਹੋ ਕਬੀਰ ਵਿਚਾਰੀ ਤਬ ਸਾਗਰ ਤਰ ਮੁਰਾਰੀ। ਲੋਕੀ ਨੂੰ ਤੀਰਥਾਂ ਦਾ ਇਸ਼ਨਾਨ ਕਰਾ ਲਵੋ, ਲੋਕੀ ਨੂੰ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰਾ ਲਓ, ਪਰ ਕੀ ਇਸ ਨਾਲ ਉਸਦੇ ਅੰਦਰ ਦੀ ਕੁੜੱਤਨ ਚਲੀ ਜਾਏਗੀ? ਇਸ ਤਰ੍ਹਾਂ ਹੀ ਜੇ ਤੇਰੇ ਅੰਦਰ ਦੀ ਮੈਲ ਹੈ, ਮੈਲ ਕਿਹੜੀ ਹੈ? ਔਗਣਾ ਤੇ ਵਿਚਾਰਾਂ ਦੀ, ਔਗਣਾ ਤੇ ਵਿਕਾਰਾਂ ਦੀ। ਤੇਰੇ ਅੰਦਰ ਲਾਲਚ ਹੈ, ਕ੍ਰੋਧ ਹੈ, ਹੰਕਾਰ ਹੈ, ਲਾਲਸਾਵਾਂ ਭਰੀਆਂ ਹਨ, ਕਿ ਇਹ ਮੈਲ ਇਹਨਾਂ ਤੀਰਥਾਂ ਤੇ ਜਾ ਕੇ ਉਤਰੇਗੀ? ਸਰੀਰ ਮੈਲਾ ਹੈ, ਉਹ ਤੇ ਹਾਲਤ ਇਵੇਂ ਹੈ ਕਿ ਨਾਵਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ,
दोए पा चढ़ी असोर, बाहर धोती तुमड़ी, अंदर विष निकोर, साध भले अन नात्या, चोर से चोरा चोर। ਜੇ ਖੋਟੇ ਮਨ ਨਾਲ ਤੀਰਥਾਂ ਤੇ ਇਸ਼ਨਾਨ ਕਰਨ ਤੁਰ ਪੈ ਤਾਂ ਇਸ ਨਾਲ ਕੁਝ ਪ੍ਰਾਪਤੀ ਨਹੀਂ ਹੋਣੀ। ਤੇਰਾ ਮਕਸਦ ਇਹ ਨਹੀਂ ਸੀ, ਇਹ ਸਿਰਫ ਤੇ ਸਿਰਫ ਇੱਕ ਹੰਕਾਰ ਆਪਣੇ ਪੱਲੇ ਬੰਨ ਲਿਆ ਸੀ ਕਿ ਮੈਂ ਇੰਨੇ ਤੀਰਥਾਂ ਤੇ ਜਾਂ ਇੰਨੇ ਧਾਰਮਿਕ ਸਥਾਨਾਂ ਤੇ ਜਾ ਆਇਆ ਹਾਂ। ਸਮਾਜ ਵਿੱਚ ਅੱਜ ਵੀ ਗੱਲ ਕਰਕੇ ਦੇਖੀਏ ਕਿ ਜਿਹੜਾ ਬੰਦਾ ਇੱਕ ਖਾਸ ਰੂਟੀਨ ਨੂੰ ਫੋਲੋ ਕਰ ਰਿਹਾ ਹੈ, ਸਾਰੇ ਨਹੀਂ ਪਰ ਬਹੁਤਾਤ ਵਿੱਚ ਉਸਨੂੰ ਆਪਣੇ ਉਸ ਕਰਮ ਤੇ ਮਾਣ ਮਹਿਸੂਸ ਹੁੰਦਾ ਹੈ। ਮੈਂ ਤੇ ਦੇਖੋ ਜੀ ਇਹ ਕਰਦਾ ਹਾਂ, ਮੈਂ ਤੇ ਨਿਤਨੇਮ ਜਾਂ ਕੋਈ ਖਾਸ ਧਾਰਮਿਕ ਕਰਮ ਵਿੱਚ ਇੱਕ ਵੀ ਨਾਗਾ ਨਹੀਂ ਕਰਦਾ। ਹਰ ਮਹੀਨੇ ਦਰਬਾਰ ਸਾਹਿਬ ਜਾਂਦਾ ਹਾਂ, ਚੰਗੀ ਗੱਲ ਹੈ, ਜਾਂਦਾ ਹੈ, ਪਰ ਇਸ ਨਾਲ ਖਟਿਆ ਕੀ ਹੈ ਇਹ ਦੱਸ। ਤੇਰੇ ਜੀਵਨ ਦਾ ਕ੍ਰੋਧ ਘਟਿਆ, ਲਾਲਚ ਘਟਿਆ, ਹੰਕਾਰ ਥੱਲੇ ਆਇਆ, ਨਿਮਰਤਾ ਆਈ, ਇਹ ਕੁਝ ਹੋਇਆ ਹੀ ਨਹੀਂ ਤਾਂ ਤੂੰ ਉੱਥੇ ਜਾ ਕੇ ਕੀ ਖਟਿਆ। ਹੰਕਾਰ ਹੀ ਪੱਲੇ ਬਣਿਆ, ਮੈਂ ਜਾਣਦਾ ਹਾਂ। ਕਬੀਰ ਸਾਹਿਬ ਕਹਿੰਦੇ ਹਨ, ਲੋਕ ਪਤੀਨੈ ਕਛੂ ਨਾ ਹੋਵੇ, ਨਾ ਹੀ ਰਾਮ ਆਨਾ। ਹੁਣ ਰੱਬ ਕੋਈ ਬੱਚਾ ਨਹੀਂ ਹੈ। ਹਾਂ, ਲੋਕਾਂ ਵਿੱਚ ਜ਼ਰੂਰ ਵਾਹ ਵਾਹ ਹੋ ਗਈ। ਦੇਖੋ ਜੀ ਕਿੰਨਾ ਭਗਤ ਹੈ, ਲੋਕਾਂ ਵਿੱਚ ਧਰਮੀ ਹੋਣ ਦਾ ਨਾਮ ਤੇ ਹੋ ਗਿਆ, ਜੀਵਨ ਭਾਵੇਂ ਉੱਥੇ ਹੀ ਖੜਾ ਹੈ। ਲੋਕ ਤੇਰੇ ਇਸ ਕਰਮ ਨਾਲ ਪਤੀ ਜਾਣਗੇ, ਵਾਹ ਵਾਹੀ ਕਰ ਦੇਣਗੇ, ਪਰ ਚੇਤੇ ਰੱਖੀ ਇਸ ਨਾਲ ਜੀਵਨ ਦਾ ਕੁਝ ਨਹੀਂ ਸਵਰਨਾ, ਰੱਬ ਨਹੀਂ ਖੁਸ਼ ਹੋਣਾ। ਇਸੇ ਨੂੰ ਕਿਹਾ ਹੈ, ਕਬੀਰ ਸਾਹਿਬ ਨੇ ਰੱਦ ਕੀਤਾ ਹੈ। ਉਹਨਾਂ ਕਿਹਾ, ਨਾ ਤੇ ਵੱਖਰੇ ਵੱਖਰੇ ਤਰੀਕਿਆਂ ਨਾਲ ਨਾ ਰੂਪਾਂ ਵਿੱਚ ਰੱਬ ਨੂੰ ਪੂਜਿਆ ਜਾ ਸਕਦਾ ਹੈ, ਉਸਦੀ ਰਜ਼ਾ ਵਿੱਚ ਚੱਲਣਾ ਹੀ ਸਭ ਤੋਂ ਵੱਡੀ ਭਗਤੀ ਹੈ। ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ, ਲੋਕਪਤੀ ਨੇ ਕਛੂ ਨਾ ਹੋਵੇ, ਨਾ ਹੀ ਰਾਮ ਆਨਾ। ਤੀਰਥਾਂ ਉੱਤੇ ਨਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਭਗਤ ਹੈ, ਪਰ ਇਸ ਨਾਲ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਤਾਂ ਹਰੇਕ ਦੇ ਦਿਲ ਦੀ ਜਾਣਦਾ ਹੈ। ਹੁਣ ਦੂਜੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਜਲ ਕੈ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢੁਕ ਨਾਵੇ, ਜੈਸੇ ਮੇਂਢੁਕ ਤੈਸੇ ਹੋਏ ਨਰ, ਫਿਰ ਜੋਨੀ ਆਵੇ। ਮੱਜਨ ਤੋਂ ਭਾਵ ਇਸ਼ਨਾਨ ਹੈ, ਗਤ ਮੁਕਤੀ ਲਈ ਆਇਆ ਹੈ। ਨਾਵੇ ਨਹਾਉਂਦੇ ਹਨ। ਪਾਣੀ ਵਿੱਚ ਚੁੱਭੀ ਲਾਣ ਨਾਲ ਜੇ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਤੇ ਰਹਿੰਦਾ ਹੀ ਪਾਣੀ ਵਿੱਚ ਹੈ। ਜੇ ਨਹਾਣ ਦਾ ਹੀ ਮਸਲਾ ਹੁੰਦਾ ਫਿਰ ਪਾਣੀ ਵਿੱਚ ਰਹਿੰਦੇ ਜੀਵ ਸਾਰੇ ਹੀ ਤਰ ਜਾਣੇ ਸੀ। ਭਾਈ ਗੁਰਦਾਸ ਜੀ ਤਾਂ ਕਹਿੰਦੇ ਹਨ, ਮਿਲੇ ਜੇ ਤੀਰਥ ਨਾਤਿਆਂ ਡੰਡਾ ਜਲਵਾਸੀ। ਜਾਂ ਜਬ ਪਾਣੀ ਵਿੱਚ ਪਹਿਲਾਂ ਹੀ ਕਰਮ ਇਸ ਦਾ ਗੁਰੂ ਸਾਹਿਬ ਨੇ ਖੰਡਨ ਕੀਤਾ ਹੈ। ਗੁਰੂ ਸਾਹਿਬ ਨੇ ਉੱਥੇ ਪਹਿਲੀ ਗੱਲ ਕਹੀ ਹੈ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਇਹ ਨਹਾਉਣਾ ਸੁਚਮਤਾ ਦਾ ਪੱਖ ਸੀ। ਸੁਚਮਤਾ ਇਸ ਤਰ੍ਹਾਂ ਨਹੀਂ ਹੋ ਸਕਦੀ, ਜੇ ਮਨ ਝੂਠਾ ਹੈ ਤਾਂ ਸੁਚਮਤਾ ਨਹੀਂ ਹੋ ਸਕਦੀ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਮਨ ਅਤੇ ਮਨ ਝੂਠੇ ਚੁੱਲੀ ਭਰੇਨ ਵਾਲੀ ਗੱਲ ਹੈ ਕਿ ਮਨ ਕਰਕੇ ਤੂੰ ਝੂਠਾ ਹੈ, ਗੱਲਾਂ ਸੁਚਮਤਾ ਦੀਆਂ ਕਰਦਾ ਹੈ, ਇਸ ਤਰ੍ਹਾਂ ਸੁਚਮਤਾ ਨਹੀਂ ਹੋ ਸਕਦੀ। ਫਿਰ ਜੈਸੇ ਮੈਂਡੁਕ ਤੈਸੇ ਹੋਏ ਨਰ, ਫਿਰ ਜੋਨੀ ਆਵੇ। ਪਾਣੀ ਵਿੱਚ ਚੁੱਭੀ ਲਾਣ ਨਾਲ ਜੇ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਸਦਾ ਹੀ ਪਾਣੀ ਵਿੱਚ ਰਹਿੰਦੇ ਹਨ, ਨਹਾਉਂਦੇ ਹਨ। ਜਿਵੇਂ ਮੇਂਢਕ ਹੈ ਤਿਵੇਂ ਉਹ ਨਰ, ਉਹ ਬਾਰ-ਬਾਰ ਛੱਪੜ ਵਿੱਚ ਨਹਾਉਂਦਾ ਵੀ ਹੈ, ਫਿਰ ਬਾਹਰ ਵੀ ਘੁੰਮ ਲੈਂਦਾ ਹੈ। ਜਿਵੇਂ ਧਰਮੀ ਹੋਣ ਦੇ ਦਿਖਾਵੇ ਵੀ ਕਰਦਾ ਹੈ ਅਤੇ ਇਹ ਕੁਝ ਤੀਰਥਾਂ ਤੇ ਜਾਣਾ ਆਦਿ ਵੀ ਕਰੀ ਜਾਂਦਾ ਹੈ। ਫਿਰ ਦੱਸ ਕਿ ਜੀਵਨ ਵਿੱਚ ਕੋਈ ਲਾਭ ਹੋ ਵੀ ਰਿਹਾ ਹੈ? ਮਨ ਤਾਂ ਮੈਲੇ ਦਾ ਮੈਲਾ ਹੀ ਹੈ। ਮਨ ਦੀ ਮਲਿਨਤਾ ਤਾਂ ਘਟੀ ਹੀ ਨਹੀਂ।
मनो कठोर मरे बानारस, नरक न बाँचया जाई। हर का संत मरे हाडंबे, ता सगली सहन तराई। कठोर तो पावे करड़ा, ना बाँचया जाई पाओ, बचिया नहीं जा सकता। हाडंबे मगर दी धरती, सैन लुकाई ਲਈ ਆਇਆ ਹੈ। ਮਨੁੱਖ ਭਾਵੇਂ ਕਾਸ਼ੀ ਵਿੱਚ ਸਰੀਰ ਤਿਆਗੇ, ਪਰ ਮਨੋਂ ਕਠੋਰ ਹੋਵੇ ਤਾਂ ਉਸ ਦਾ ਛੁਟਕਾਰਾ ਨਹੀਂ ਹੋ ਸਕਦਾ। ਪਰ ਦੂਜੇ ਪਾਸੇ ਪਰਮਾਤਮਾ ਦਾ ਭਗਤ ਮਗਰ ਦੀ ਸ਼ਰਾਪਿਤ ਧਰਤੀ ਹੋਵੇ ਤਾਂ ਵੀ ਉਹ ਆਪ ਤੇ ਤਰਦਾ ਹੀ ਹੈ, ਆਪਣੇ ਨਾਲ ਹੋਰਨਾਂ ਨੂੰ ਵੀ ਤਾਰ ਲੈਂਦਾ ਹੈ। ਇੱਕ ਹੋਰ ਮਾਨਤਾ ਜੋ ਕਬੀਰ ਸਾਹਿਬ ਜੀ ਦੇ ਸਮੇਂ ਤੇ ਸਿਰੇ ਚੜ ਰਹੀ ਸੀ, ਉਹ ਸੀ ਤੀਰਥਾਂ ਅਤੇ ਧਾਰਮਿਕ ਸਥਾਨਾਂ ਤੇ ਜਾ ਕੇ ਸਰੀਰ ਦਾ ਤਿਆਗ ਕਰਨਾ। ਮਗਰ ਦੀ ਹਿੰਦੂ ਮਤ ਦੀ ਮਨੌਤ ਸੀ। ਇਹਨਾਂ ਦੇ ਮੁਤਾਬਕ ਕਾਸ਼ੀ, ਬਨਾਰਸ ਜਾਂ ਸ਼ਿਵ ਨਗਰੀ ਇਹ ਇੱਕੋ ਦੇ ਹੀ ਨਾਮ ਹਨ। ਇਸ ਲਈ ਪੰਡਤਾਂ ਨੇ ਪ੍ਰਚਾਰ ਕੀਤਾ ਹੋਇਆ ਸੀ ਕਿ ਇਹ ਸ਼ਿਵ ਨਗਰੀ ਹੈ। ਜਿਹੜਾ ਇੱਥੇ ਆ ਕੇ ਮਰਦਾ ਹੈ ਉਸਨੂੰ ਮੁਕਤੀ ਮਿਲਦੀ ਹੈ। ਇੱਕ ਰਿਸ਼ੀ ਨੇ ਦਾਵਾ ਕੀਤਾ ਕਿ ਸਿਰਫ ਕਾਸ਼ੀ ਹੀ ਨਹੀਂ, ਮਗਹਰ ਵੀ ਪਵਿੱਤਰ ਸਥਾਨ ਹੈ। ਜਿਹੜਾ ਇੱਥੇ ਆ ਕੇ ਮਰਦਾ ਹੈ ਉਸਨੂੰ ਵੀ ਮੁਕਤੀ ਮਿਲਦੀ ਹੈ। ਇਸ ਤੋਂ ਉੱਪਰੋਂ ਜੇ ਪੰਛੀ ਵੀ ਉੜਦਾ ਲੰਘ ਜਾਏ ਤੇ ਉਸਨੂੰ ਵੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜਦੋਂ ਇਹ ਗੱਲ ਸਾਰਿਆਂ ਪਾਸੇ ਫੈਲੀ ਤਾਂ ਮਗਹਰ ਦੀ ਬੜੀ ਮਹਾਨਤਾ ਹੋ ਗਈ ਅਤੇ ਸ਼ਿਵ ਨਗਰੀ ਦੀ ਮਹਾਨਤਾ ਘਟ ਗਈ। ਇਹ ਗੁਆਂਢੀ ਮਤਾਂ ਮੁਤਾਬਕ ਗੱਲ ਹੈ। ਕਹਿੰਦੇ ਹਨ ਸ਼ਿਵ ਜੀ ਬੜੇ ਪਰੇਸ਼ਾਨ ਹੋਏ ਕਿ ਮੇਰੀ ਤੇ ਸੱਤਾ ਘਟ ਗਈ। ਇਹਨਾਂ ਦੀ ਪਰੇਸ਼ਾਨੀ ਨੂੰ ਦੇਖ ਕੇ ਗਣੇਸ਼ ਜੀ ਇਹਨਾਂ ਕੋਲ ਆਏ ਅਤੇ ਪੁੱਛਿਆ ਪਰੇਸ਼ਾਨੀ ਦਾ ਕੀ ਕਾਰਨ ਹੈ। ਉਹਨਾਂ ਨੇ ਸਾਰੀ ਗੱਲ ਦੱਸੀ। ਗਣੇਸ਼ ਜੀ ਕਹਿੰਦੇ ਹਨ ਇਹ ਕਿਹੜੀ ਬਹੁਤੀ ਵੱਡੀ ਗੱਲ ਹੈ। ਉਹ ਦੁਰਵਾਸਾ ਰਿਸ਼ੀ ਕੋਲ ਗਏ ਅਤੇ ਕਹਿੰਦੇ ਹਨ ਮਹਾਰਾਜ ਜੀ, ਜਿਹੜਾ ਮਗਰ ਮਰਦਾ ਹੈ ਉਸ ਨਾਲ ਕੀ ਹੁੰਦਾ ਹੈ। ਉਹ ਕਹਿੰਦੇ ਹਨ ਮੁਕਤੀ ਦਾ ਦਰ ਹਾਸਲ ਹੁੰਦਾ ਹੈ। ਅੱਛਾ, ਫਿਰ ਥੋੜੀ ਦੇਰ ਬਾਅਦ ਫਿਰ ਪੁੱਛਦਾ ਹੈ, ਫਿਰ ਥੋੜੀ ਦੇਰ ਬਾਅਦ ਫਿਰ ਪੁੱਛਦਾ ਹੈ, ਜਿਵੇਂ ਬੰਦੇ ਨੂੰ ਖਿਜਾਇਆ ਜਾਂਦਾ ਹੈ। ਤਾਂ ਫਿਰ ਪੁੱਛਿਆ ਜਿਹੜਾ ਮਗਰ ਮਰਦਾ ਹੈ ਉਸਦਾ ਕੀ ਹੁੰਦਾ ਹੈ। ਤੇ ਜਿਹੜਾ ਮਗਰ ਵਿੱਚ ਮਰਦਾ ਹੈ ਉਹਨਾਂ ਨੇ ਕਿਹਾ ਉਹ ਗਧੇ ਦੀ ਜੂਨ ਵਿੱਚ ਪੈਂਦਾ ਹੈ। ਉਹਨਾਂ ਨੇ ਫਿਰ ਕਿਹਾ ਜਿਹੜਾ ਮਗਰ ਵਿੱਚ ਮਰਦਾ ਹੈ ਉਹ ਗਧੇ ਦੀ ਜੂਨ ਵਿੱਚ ਪੈਂਦਾ ਹੈ। ਤੇ ਉਹਨਾਂ ਨੇ ਕਹਿ ਦਿੱਤਾ ਹਾਂ ਤਥਾਸਤੂ। ਇਸ ਤਰ੍ਹਾਂ ਮਗਰ ਦੀ ਧਰਤੀ ਸ਼ਰਾਪਿਤ ਹੋ ਗਈ। ਇਸ ਤਰ੍ਹਾਂ ਕਹਾਣੀ ਮਿਲਦੀ ਹੈ। ਇਸ ਨੂੰ ਅਸੀਂ ਕਹਾਣੀ ਦੇ ਰੂਪ ਵਿੱਚ ਹੀ ਲੈਣਾ ਹੈ। ਵੈਸੇ ਮੰਨਿਆ ਜਾਂਦਾ ਹੈ ਕਿ ਦੁਰਵਾਸਾ ਰਿਸ਼ੀ ਬੜਾ ਵੱਡਾ ਤਪੀ ਹੋਇਆ ਹੈ, ਪਰ ਉਸ ਵਿੱਚ ਗੁੱਸਾ ਵੀ ਬਹੁਤ ਸੀ। ਇਸ ਕਰਕੇ ਮਗਰ ਦੀ, ਜਿਸਨੂੰ ਕਿ ਹਾਡੰਬੇ ਦੀ ਧਰਤੀ ਵੀ ਕਿਹਾ ਜਾਂਦਾ ਹੈ, ਸ਼ਾਪਿਤ ਮੰਨੀ ਜਾਂਦੀ ਹੈ। ਹਾਡੰਬਾ ਮਗਰ ਇੱਕੋ ਹੀ ਹਨ। ਜਿਵੇਂ ਕਾਸ਼ੀ ਅਤੇ ਬਨਾਰਸ ਆਦਿ ਇੱਕੋ ਹੀ ਸਥਾਨ ਹਨ, ਵੱਖਰੇ ਵੱਖਰੇ ਨਾਵਾਂ ਨਾਲ ਜਾਣੇ ਜਾਂਦੇ ਹਨ। ਇੱਥੇ ਅਸੀਂ ਇਹ ਸਮਝਣਾ ਹੈ ਕਿ ਕਿਸ ਥਾਂ ਤੇ ਮਰਨਾ, ਇਸ ਗੱਲ ਦੀ ਕੋਈ ਮਹੱਤਤਾ ਨਹੀਂ ਹੈ। ਗੱਲ ਤਾਂ ਇਹ ਹੈ ਕਿ ਤੁਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹੋ। ਇਸ ਤਰ੍ਹਾਂ ਮੰਨਿਆ ਗਿਆ ਕਿ ਬਨਾਰਸ ਮਰੇਗਾ ਤੇ ਸਵਰਗ, ਜੇ ਮਗਰ ਮਰੇਗਾ ਤਾਂ ਨਰਕ ਦੀ ਪ੍ਰਾਪਤੀ ਹੋਏਗੀ। ਤੇ ਬਨਾਰਸ ਮਰ ਕੇ ਨਰਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕਿਉਂਕਿ ਨਰਕ ਤੇ ਤੇਰੇ ਕਰਮਾਂ ਕਰਕੇ ਹੈ, ਮਰਨ ਤੋਂ ਬਾਅਦ ਨਹੀਂ ਹੈ। ਹਰ ਕੇ ਸੰਤ ਮਰੇ ਹਾਡੰਬੇ, ਤਾਂ ਸਗਲੀ ਸੈਨ ਤਰਾਈ। ਪਰਮਾਤਮਾ ਦੇ ਭਗਤ ਦਾ ਜੀਵਨ ਜਿੱਥੇ ਮਰਜ਼ੀ ਖਤਮ ਹੋਵੇ, ਉਹ ਹਰ ਵੇਲੇ ਹੀ ਮੁਕਤ ਅਵਸਥਾ ਵਿੱਚ ਜਿਉਂਦੇ ਹਨ। ਕਬੀਰ ਸਾਹਿਬ ਜੀ ਨੇ ਰੱਦ ਕੀਤਾ ਹੈ, ਨਾ ਤੇ ਵੱਖਰੇ ਵੱਖਰੇ ਤਰੀਕਿਆਂ ਵਿੱਚ ਨਾ ਰੂਪਾਂ ਵਿੱਚ ਰੱਬ ਨੂੰ ਪੂਜਿਆ ਜਾ ਸਕਦਾ ਹੈ। ਉਸਦੀ ਰਜ਼ਾ ਵਿੱਚ ਚੱਲਣਾ ਹੀ ਸਭ ਤੋਂ ਵੱਡੀ ਭਗਤੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ, ਕਰ ਆਸਨ ਡਿਠੋ ਚਾਓ। दाता करता आप तुस देवै करे पसाओ, तू जानोई सबसे दे लैसै जिंद कवाओ। दिंदा भी तू है, लैंदा भी तू है, एक कवाओ तो पावे, एक दूसरे एक उस दे हुक्म विच ही
ਲੈ ਵੀ ਲੈਂਦਾ ਹੈ। ਮਾਰਨ ਵਾਲਾ ਕੋਈ ਵੱਖਰਾ ਸ਼ਿਵ ਨਹੀਂ ਹੈ, ਉਹੀ ਹੈ। ਇਸਨੂੰ ਵਿਸਥਾਰ ਦੇਣ ਵਾਲਾ ਵੀ, ਸੰਕੋਚਨ ਵਾਲਾ ਵੀ ਕੇਵਲ ਇੱਕੋ ਇੱਕ ਅਕਾਲ ਪੁਰਖ ਹੈ, ਕਿਉਂਕਿ ਉਸ ਦੀਆਂ ਤਾਕਤਾਂ ਨੂੰ, ਉਸ ਦੇ ਵਿਸਤਾਰ ਪ੍ਰਸਾਰ ਨੂੰ ਵੰਡਿਆ ਨਹੀਂ ਜਾ ਸਕਦਾ। ਇਸ ਨੂੰ ਹੀ ਸੋਦਰ ਬਾਣੀ ਵਿੱਚ ਵੀ ਕਿਹਾ ਹੈ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਜਦੋਂ ਅਸੀਂ ਹੱਦਾਬੰਦੀ ਵਿੱਚ ਬੰਨ ਲਿਆ ਤੇ ਫਿਰ ਰੱਬ ਵੱਡਾ ਕਿਵੇਂ ਹੋਇਆ। ਅਸੀਂ ਉਸ ਨੂੰ ਵੀ ਪਾਰ ਪਾ ਲਿਆ। ਅਸੀਂ ਨੀਅਤ ਕਰ ਲਿਆ ਕਿ ਇਹ ਕੰਮ ਰੱਬ ਕਰਦਾ ਹੈ, ਇਹ ਨਹੀਂ ਕਰਦਾ। ਇਹ ਕੰਮ ਫਲਾਣਾ ਰੱਬ ਕਰਦਾ ਹੈ, ਇਹ ਦੂਜਾ ਰੱਬ ਕਰਦਾ ਹੈ, ਇਹ ਕੋਈ ਤੀਜਾ ਕਰਦਾ ਹੈ। ਇਸ ਤਰ੍ਹਾਂ ਨਹੀਂ ਹੈ, ਰੱਬ ਇੱਕੋ ਹੀ ਹੈ। ਰੱਬ ਜਦ ਵੱਖਰੇ ਵੱਖਰੇ ਬਣਾਏ ਤੇ ਫਿਰ ਉਸ ਤੱਕ ਪਹੁੰਚ ਦੇ ਤਰੀਕੇ ਵੀ ਵੱਖਰੇ ਵੱਖਰੇ ਬਣ ਗਏ। ਜਬ ਬਾਣੀ ਵਿੱਚ 4 ਤਰੀਕੇ ਜਿੱਥੇ ਖੰਡਨ ਕੀਤਾ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਰੱਬ ਨੂੰ ਮਿਲਣਾ ਹੈ, ਸੁਚਮਤਾ ਧਾਰਨ ਕਰ ਲੈ। ਸਤਿਗੁਰ ਪਾਤਸ਼ਾਹ ਕਹਿੰਦੇ ਹਨ, ਨਹੀਂ, ਜਿਵੇਂ ਮਰਜ਼ੀ ਕਰ ਲੈ, ਇਵੇਂ ਨਹੀਂ ਹੋਣਾ ਹੈ। ਚੁੱਪ ਕਰਕੇ, ਧਿਆਨ ਲਾ ਕੇ, ਮੌਨੀ ਬਣ ਕੇ, ਸਤਿਗੁਰ ਕਹਿੰਦੇ ਹਨ, ਮਨ ਵੀ ਕਦੀ ਚੁੱਪ ਹੋਇਆ ਹੈ, ਇਹ ਵੀ ਨਹੀਂ ਹੋ ਸਕਦਾ। ਇਹ ਚਾਰੋਂ ਤਰੀਕਿਆਂ ਨਾਲ ਸਮਝ ਸਕਦੇ ਹਾਂ ਕਿ ਇਹ ਸਾਰੇ ਤਰੀਕੇ ਸਤਿਗੁਰ ਜੀ ਨੇ ਖੰਡਨ ਕੀਤੇ ਹਨ। ਜੋ ਤੂੰ ਪੂਜਾ ਦੇ ਤਰੀਕੇ ਰੱਬ ਨੂੰ ਪ੍ਰਾਪਤੀ ਲਈ ਕਰ ਰਿਹਾ ਹੈ, ਫਿਰ ਉਹਨਾਂ ਤਰੀਕਿਆਂ ਵਿੱਚੋਂ ਹੀ ਕਿਹਾ ਕਿ ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਮਿਲੇ ਜੇ ਤੀਰਥ ਨਾਤਿਆਂ ਡੱਡਾ ਜਲਵਾਸੀ। ਭਾਈ ਗੁਰਦਾਸ ਜੀ ਦਾ ਕਥਨ ਹੈ, ਤੀਰਥਾਂ ਤੇ ਜਾ ਕੇ ਵੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਬਾਲ ਵਧਾਈਆਂ ਪਾਈਏ ਬੜ ਜੱਟਾਂ ਪਲਾਸੀ। ਸ਼੍ਰੀ ਰਾਗ ਦਾ ਸ਼ਬਦ ਹੈ, ਉੱਥੇ ਸਤਿਗੁਰ ਪਾਤਸ਼ਾਹ ਕਹਿੰਦੇ ਹਨ, ਜਗ ਹਉਮੈ ਮੈਲੋ ਦੁਖ ਨਾ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੇ, ਜੈਸੋ ਤੀਰਥ ਨਾਏ। 68 ਤੀਰਥ ਤੇ ਛੱਡ, ਭਾਵੇਂ 100 ਤੀਰਥਾਂ ਤੇ ਜਾ ਕੇ ਵੀ ਇਸ਼ਨਾਨ ਕਰ ਲੈ, ਹਉਮੈ ਦੀ ਮੈਲ ਥੋੜੀ ਉਤਰ ਜਾਣੀ ਹੈ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ, ਮਨਮੁਖ ਹਰ 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 ਕਰ ਥਕੇ, ਮੈਲ ਨਾ ਸਕੀ ਤੋਏ ਰਹਾਓ। ਰੱਬ ਰੱਬ ਬੜਾ ਕੀਤਾ, ਪਰ ਮੈਲ ਨਹੀਂ ਉਤਾਰ ਸਕੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦਾ ਮਨ ਸਦਾ ਮਲੀਨ ਰਹਿੰਦਾ ਹੈ, ਜਿਸ ਕਰਕੇ ਉਹ ਆਤਮਕ ਮੌਤ ਮਰੇ ਰਹਿੰਦਾ ਹੈ। ਫਿਰ ਉਹ ਦੁਨੀਆ ਤੋਂ ਇੱਜ਼ਤ ਗਵਾ ਕੇ ਜਾਂਦਾ ਹੈ। ਜਿਵੇਂ ਦੀਵਾ ਬਾਲਣ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ, ਤਿਵੇਂ ਹਿਰਦੇ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਬਾਲਣ ਨਾਲ ਨਾ ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ। ਅਸਲੀ ਤੀਰਥ ਕਿਹੜਾ ਹੈ ਫਿਰ? ਤੀਰਥ ਨਾਮਨ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੈਂ ਤੀਰਥਾਂ ਤੇ ਇਸ਼ਨਾਨ ਕਰਨ ਜਾਂਦਾ ਹਾਂ, ਪਰ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਤੀਰਥ ਹੈ। ਇਸ ਪੂਰੇ ਸ਼ਬਦ ਤੋਂ ਸਮਝਿਆ ਜਾ ਸਕਦਾ ਹੈ ਤੀਰਥ ਕੀ ਹੈ। ਜਾਂ ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨਹਾਰ। ਤੀਰਥ ਕੀ ਹੈ, ਇਸ ਨੂੰ ਸਮਝਣ ਲਈ ਬਾਣੀ ਵਿੱਚ ਬਹੁਤ ਸਾਰੇ ਸ਼ਬਦ ਹਨ, ਜਿਸ ਤੋਂ ਇਹ ਸਮਝਿਆ ਜਾ ਸਕੇ ਕਿ ਬਾਣੀ ਮੁਤਾਬਕ ਤੀਰਥ ਕੀ ਹੈ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਰੈ ਉਤਰੇ, ਬਹੁਰ ਕਮਾਵੇ ਹੋਏ ਨਿਸੰਕ। ਕਿਉਂਕਿ ਇਹ ਮੰਨਦਾ ਹੈ ਕਿ ਮੈਂ ਤਾਂ ਤੀਰਥ ਨਹਾ ਆਇਆ ਹਾਂ, ਮੈਂ ਹੁਣ ਆਜ਼ਾਦ ਹੋ ਗਿਆ ਹਾਂ, ਮੇਰੇ ਪਹਿਲੇ ਕਰਮਾਂ ਦਾ ਨਾਸ਼ ਹੋ ਗਿਆ। ਇਸ ਤਰ੍ਹਾਂ ਨਹੀਂ ਹੁੰਦਾ ਹੈ। ਬੰਦੇ ਦੀਆਂ ਇਹ ਸਾਰੀਆਂ ਹੁਜਤਾਂ ਨੇ ਆਪਣੇ ਮਨ ਨੂੰ ਸਮਝਾਉਣ ਲਈ ਕਿ ਤੂੰ ਧਰਮੀ ਹੈ, ਇੱਕ ਪਾਸੇ ਪਾਪ ਕਰੀ ਜਾਂਦਾ ਹੈ, ਦੂਜੇ ਪਾਸੇ ਦਾਨ ਪੁੰਨ ਵੀ ਕਰੀ ਜਾਂਦਾ ਹੈ, ਇੱਕ ਪਾਸੇ ਲੋਕਾਂ ਦੇ ਹੱਕ ਮਾਰੀ ਜਾਂਦਾ ਹੈ। ਬਹੁਤੇ ਕਹਿੰਦੇ ਹਨ ਅਸੀਂ ਤੀਰਥਾਂ ਤੇ ਜਾਂਦੇ ਨਹੀਂ ਹਾਂ, ਪਰ ਬਾਣੀ ਤੇ ਪੜ੍ਹਦੇ ਹਾਂ, ਗੁਰਦੁਆਰੇ ਤੇ ਜਾਂਦੇ ਹਾਂ,
ਫਿਰ ਵੀ ਜੇ ਕਿਸੇ ਦੇ ਹੱਕਾਂ ਨੂੰ ਮਾਰਦੇ ਪਏ ਹਾਂ ਤਾਂ ਉਹ ਸਾਡੇ ਤੇ ਹੀ ਲਾਗੂ ਹੁੰਦੀ ਹੈ। ਕਿਸੇ ਨਾਲ ਮੰਦਾ ਬੋਲਦੇ ਹੋਏ ਪਏ ਹਾਂ, ਨਿੰਦਾ ਚੁਗਲੀ ਕਰ ਰਹੇ ਹਾਂ, ਇੱਕ ਪਾਸੇ ਬਾਣੀ ਵੀ ਪੜ ਰਹੇ ਹਾਂ, ਇੱਕ ਪਾਸੇ ਗੁਰੂ ਦੇ ਸਿੱਖ ਵੀ ਕਹਿਲਾਉਂਦੇ ਹਾਂ, ਤਾਂ ਫਿਰ ਵੀ ਇਹ ਸਾਰੀ ਡਰਾਮੇਬਾਜ਼ੀ ਹੀ ਹੈ। ਮਲਿਨਤਾ ਬਹੁਤ ਰੂਪਾਂ ਵਿੱਚ ਹੈ। ਕ੍ਰੋਧ ਰੂਪ ਵਿੱਚ, ਹੰਕਾਰ, ਤ੍ਰਿਸ਼ਨਾਵਾਂ ਵਿੱਚ ਵੀ ਹੈ। ਜੇ ਪੰਜਾਂ ਰੂਪਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੀ ਫੌਜ ਵਿੱਚ ਵਿਚਰਦੇ ਪਏ ਹਾਂ, ਤਾਂ ਅਸੀਂ ਕੋਈ ਚੰਗਾ ਕਰਮ ਕਰਦੇ ਹੋਏ ਵੀ, ਬਾਣੀ ਪੜ੍ਹਦੇ ਹੋਏ ਵੀ ਨਿਰਮਲ ਨਹੀਂ ਹੋ ਪਾਏ। ਚੌਥੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਦਿਨਸ ਨ ਰੈਨ वेद नहीं शास्त्र, कहाँ बसै निरंकारा। कहो कबीर नर तिसे त्यावो, बावरिया संसारा। ਕਬੀਰ ਸਾਹਿਬ ਜੀ ਲੋਕਾਂ ਲਈ ਫਰਮਾਉਂਦੇ ਹਨ, ਉਸ ਪਰਮਾਤਮਾ ਨੂੰ ਸਿਮਰੋ ਜਿਹੜਾ ਜਿੱਥੇ ਉਹ ਵਸਦਾ ਹੈ ਉੱਥੇ ਦਿਨ ਤੇ ਰਾਤ ਨਹੀਂ ਹਨ, ਜਿੱਥੇ ਨਾ ਵੇਦ ਹਨ ਨਾ ਸ਼ਾਸਤਰ ਹਨ। ਭਾਵ ਉਹ ਪ੍ਰਭੂ ਉਸ ਆਤਮਕ ਅਵਸਥਾ ਵਿੱਚ ਆਪਣਿਆ ਮਿਲਦਾ ਹੈ, ਜੋ ਅਵਸਥਾ ਕਿਸੇ ਖਾਸ ਸਮੇਂ ਦੀ, ਕਿਸੇ ਖਾਸ ਧਾਰਮਿਕ ਪੁਸਤਕ ਦੀ ਮੁਹਤਾਜ ਨਹੀਂ ਹੈ। ਤਨ ਸੁਵੇਲਾ ਘੜੀ ਤਨ, ਤਨ ਮੂਰਤ ਪਲਸਾਰ, ਤਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। मन किया इच्छा पूरियां, हर पाया अगम अपार। हौमै टुटा मोहड़ा, एक सच नाम आधार। जन नानक लगा सेव हर, उजरिया सगल संसार। ਉਹ ਵੇਲਾ, ਉਹ ਘੜੀ ਭਾਗਾਂ ਵਾਲੇ ਹਨ, ਉਹ ਮੁਹੂਰਤ ਮੁਬਾਰਕ ਹੈ, ਉਹ ਪਲ ਸੋਹਣਾ ਹੈ, ਉਹ ਦਿਨ ਵੀ ਸੋਹਣਾ ਹੈ, ਜਦੋਂ ਸਤਿਗੁਰ ਦਾ ਦਰਸ਼ਨ ਹੁੰਦਾ ਹੈ। ਇੱਕ ਨਾਲ ਜੁੜ, ਇੱਕ ਦੇ ਲੜ ਲੱਗ, ਥਾਂ ਥਾਂ ਤੇ ਦਰ ਦਰ ਦੀ ਭਟਕਣਾ ਵਿੱਚ ਨਹੀਂ ਪੈਣਾ ਹੈ, ਬਲਕਿ ਇੱਕ ਦਾ ਹੋਏਗਾ ਤਾਂ ਜੀਵਨ ਵਿੱਚ ਇੱਕ ਆਏਗਾ। ਪਰ ਇੱਕ ਦਾ ਹੋਣ ਲਈ ਆਪਣੇ ਅੰਦਰ ਇੱਕ ਵਾਲੇ ਗੁਣ ਪੈਦਾ ਕਰਨੇ ਪੈਣਗੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਨਿਰਵੈਰ ਹੋ ਜਾ, ਤੂੰ ਨਿਰਭਉ ਹੋ ਜਾ। ਮੂਲ ਮੰਤਰ ਦੇ ਗੁਣਾਂ ਨਾਲ ਆਪਣੇ ਆਪ ਨੂੰ ਜੋੜ ਸਕਦੇ ਹਾਂ। ਉਹ ਇੱਕ ਹੈ। ਅਸੀਂ ਕਿਉਂ ਇੱਕ ਨਹੀਂ ਹੋ ਪਾ ਰਹੇ? ਅਸੀਂ ਕਿਉਂ ਵੱਖ-ਵੱਖ ਥਾਵਾਂ ਤੇ ਭਟਕਦੇ ਪਏ ਹਾਂ ਤੇ ਅੰਦਰੋਂ ਬਾਹਰੋਂ ਇੱਕ ਨਹੀਂ ਹਾਂ। ਕਿਸੇ ਨਾਲ ਕਿਸੇ ਤਰੀਕੇ ਦਾ ਵਰਤਾਵਾ, ਕਿਸੇ ਨਾਲ ਕਿਸੇ ਤਰੀਕੇ ਦਾ ਆਪਣੀਆਂ ਗਰਜਾਂ, ਜ਼ਰੂਰਤਾਂ ਮੁਤਾਬਕ ਵਿਹਾਰ ਕਰਦੇ ਹਾਂ। ਇੱਕ ਵਰਗਾ ਹੋਣਾ ਨਹੀਂ ਆਇਆ, ਸੱਚ ਦੇ ਧਾਰਨੀ ਨਹੀਂ ਹੋ ਸਕੇ। ਸ਼ਲੋਕ ਹੈ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਜਿਸ ਵਿੱਚ ਗੁਰੂ ਸਾਹਿਬ ਜੀ ਫਰਮਾਇਆ ਹੈ ਕਿ ਅਸਲੇ ਦੀ ਸਮਝ ਤਾਂ ਹੀ ਆਉਂਦੀ ਹੈ ਜਦ ਪਰਮਾਤਮਾ ਦਾ ਨਿਵਾਸ ਹਿਰਦੇ ਵਿੱਚ ਹੋਏ। ਉਸ ਧੁਰ ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ ਪਛਾਣ ਹੁੰਦੀ ਹੈ ਜਦੋਂ ਮਨੁੱਖ ਉਸ ਨਾਮ ਰੂਪੀ ਤੀਰਥ ਨੂੰ ਮਨ ਵਿੱਚ ਟਿਕਾ ਲਵੇ। ਸੱਚ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਕੰਡੀਸ਼ਨ ਨੇ ਇਹ ਗੁਣ ਹੋਣੇ ਚਾਹੀਦੇ ਹਨ। ਜੀਵਨ ਵਿੱਚ ਕੋਈ ਖਾਸ ਤਰ੍ਹਾਂ ਦੇ ਧਾਰਮਿਕ ਗ੍ਰੰਥ ਨੂੰ ਪੜ੍ਹ ਕੇ ਜਾਂ ਪੂਜਾ ਕਰਕੇ ਰੱਬ ਨੂੰ ਨਹੀਂ ਪਾਇਆ ਜਾ ਸਕਦਾ, ਬਲਕਿ ਜੀਵਨ ਸ਼ੈਲੀ ਸੁਚੱਜੀ ਹੋਣੀ ਚਾਹੀਦੀ ਹੈ। ਮਾਲਕ ਦੇ ਜਿਹੜੇ ਸੰਤ ਨੇ ਉਹਨਾਂ ਦਾ ਜੀਵਨ ਜਿੱਥੇ ਮਰਜ਼ੀ ਖਤਮ ਹੋਵੇ, ਉਹ ਹਰ ਵੇਲੇ ਹੀ ਮੁਕਤ ਅਵਸਥਾ ਵਿੱਚ ਜਿਉਂਦੇ ਹਨ। ਫੋਕਟ ਕਰਮ ਕਾਂਡ ਮਨੁੱਖ ਦਾ ਕੁਝ ਨਹੀਂ ਸਵਾਰ ਸਕਦੇ। ਕੇਵਲ ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਮਨੁੱਖ ਦੇ ਹਿਰਦੇ ਵਿੱਚ ਸ਼ਾਂਤੀ ਹੋ ਸਕਦੀ ਹੈ। ਦਿਨਸ ਨਾ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰਾ। ਕਹੋ ਕਬੀਰ ਨਰ ਤਿਸੈ ਧਿਆਵੋ, ਬਾਵਰਿਆ ਸੰਸਾਰਾ। ਇੰਨੀ ਹੀ ਸੇਵਾ ਪ੍ਰਵਾਨ ਕਰਨੀ ਜੀ। ਹੋਈਆਂ ਬੇਅੰਤ ਭੁੱਲਾਂ ਲੇਖੀ ਮਾਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।